ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਟੀਵੀ ਪੰਜਾਬ ਦਾ ਅੱਜ ਦਾ ਪ੍ਰੋਗਰਾਮ ਖੇਡਦਾ ਪੰਜਾਬ। ਖੇਡਦਾ ਪੰਜਾਬ ਲੈ ਕੇ ਮੈਂ ਜਤਿੰਦਰ ਸਿੰਘ ਖਹਿਰਾ ਹਾਜ਼ਰ ਹਾਂ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਕਬੱਡੀ ਤੋਂ ਇਲਾਵਾ ਭਲਵਾਨੀ ਵੀ ਪੰਜਾਬ ਦਾ ਇੱਕ ਆਪਣਾ ਸ਼ੌਂਕ ਹੈ ਤੇ ਇਸ ਸ਼ੌਂਕ ਨੂੰ ਬਰਕਰਾਰ ਰੱਖਣਾ ਸੌਖਾ ਨਹੀਂ ਹੈਗਾ। ਡਾਈਟ ਬਹੁਤ ਲੱਗਦੀ ਹੈ ਤੇ ਫਿਰ ਅੱਜ ਕੱਲ੍ਹ ਜਿਹੜਾ ਹੈ ਜ਼ਮਾਨਾ ਕੁਛ ਉਲਟਾ ਹੈ। ਪਰ ਅਜਿਹੇ ਲੋਕ ਵੀ ਨੇ ਜਿਹੜਾ ਆਪਣਾ ਸ਼ੌਂਕ ਤਾਂ ਪਗਾਉਂਦੇ ਹੀ ਪਗਾਉਂਦੇ ਨੇ, ਉਸ ਸ਼ੌਂਕ ਨੂੰ ਫਿਰ ਉਸ ਤੋਂ ਬਾਅਦ ਕਈ ਹੋਰਾਂ ਦੇ ਲਈ ਵੀ ਛੱਡ ਜਾਂਦੇ ਨੇ, ਮੇਨਟੇਨ ਕਰਦੇ ਨੇ, ਅਕੈਡਮੀ ਬਣਾਉਂਦੇ ਨੇ ਤੇ ਫਿਰ ਅਕੈਡਮੀ ਦੇ ਨਾਂ ਤੇ ਬਹੁਤ ਸਾਰੇ ਭਲਵਾਨ ਰੈਸਲਰ ਜਿਹੜੇ ਨੇ ਉਹ ਨਾਮਣਾ ਕੱਢਦੇ ਨੇ। ਮੇਰੇ ਨਾਲ ਇੱਦਾਂ ਦੀ ਸ਼ਖਸੀਅਤ ਅੱਜ ਹੈ ਜਿਹੜੇ ਕਿ ਐਸਪੀ ਨੇ ਪੰਜਾਬ ਪੁਲਿਸ ਦੇ ਵਿੱਚ। ਜਗਜੀਤ ਸਿੰਘ ਸਰੋਆ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ। ਪੰਜਾਬ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜਦੋਂ ਆਪਾਂ ਗੱਲ ਕਰਦੇ ਹਾਂ ਜਗਜੀਤ ਰੈਸਲਿੰਗ ਅਕੈਡਮੀ ਦੀ, ਤੁਸੀਂ ਵੀ ਭਲਵਾਨ ਰਹੇ ਹੋ, ਸਪੋਰਟਸ ਕੋਟੇ 'ਚੋਂ ਗਏ ਹੋ, ਤੇ ਇਹ ਉਪਰਾਲਾ ਸ਼ੁਰੂ ਕਿੱਦਾਂ ਕੀਤਾ? ਕਿਉਂਕਿ ਇੱਦਾਂ ਹੁੰਦਾ ਕਿ ਅਕਸਰ ਅਸੀਂ ਆਪਣੇ ਤੱਕ ਹੀ ਸੀਮਤ ਰਹਿ ਜਾਂਦੇ ਹਾਂ, ਫਿਰ ਅਸੀਂ ਆਪਣਾ ਗੁਣ ਸ਼ਾਇਦ ਅੱਗੇ ਦੇਣ ਦੀ ਗੱਲ ਹੀ ਨਹੀਂ ਕਰਦੇ ਕਿ ਮੈਂ ਸੈਟਲ ਹੋ ਗਿਆ, ਠੀਕ ਹੈ ਵੀ ਹੁਣ ਮੈਨੂੰ ਕੋਈ ਲੋੜ ਨਹੀਂ। ਇਹ ਕਿੱਦਾਂ ਸ਼ੁਰੂ ਕੀਤਾ? ਹਰ ਇੱਕ ਜਿੱਦਾਂ ਮੇਰਾ ਵਰਿਆਣਾ ਪਿੰਡ ਹੈ, ਜਿੱਥੇ ਆਪਾਂ ਬੈਠੇ ਵਰਿਆਣੇ 'ਚ ਹੀ ਹੈ। ਅਤੇ ਜਦੋਂ ਮੈਂ ਪੁਲਿਸ 'ਚ ਭਰਤੀ ਹੋਇਆ ਤਾਂ ਹਰੇਕ ਨੂੰ ਇਹ ਹੁੰਦਾ ਵੀ ਸਾਡੇ ਇਲਾਕੇ ਦੇ ਵਿੱਚ ਇਹ ਨਸ਼ੇ ਕਰ ਰਹੇ ਆ ਬੱਚੇ, ਇਹਨਾਂ ਨੂੰ ਪੁਲਿਸ ਕੋਲ ਫੜਵਾ ਦਿਓ ਜਾਂ ਇਹਨਾਂ ਨੂੰ ਇੱਦਾਂ ਕਰ ਦਿਓ। ਪੁਲਿਸ ਤੋਂ ਇਹੀ ਅਸੈਪਟ ਕਰਦੇ ਆ ਹਰੇਕ ਕੋਈ ਵੀ ਇਹਨਾਂ ਨੂੰ ਮਾਰਨਾ ਕੁੱਟਣਾ ਹੀ ਆ। ਅਤੇ ਉਹ ਜਦੋਂ ਆਉਂਦੇ ਹੁੰਦੇ ਸੀ, ਉਹ ਸੋਚ ਨੂੰ ਮੇਰੀ ਜਿਹੜੀ ਬੈਕਗਰਾਊਂਡ ਆ ਉਹ ਸਪੋਰਟਸ ਤੋਂ ਆ, ਅਤੇ ਮਨ ਦੇ ਵਿੱਚ ਇਹੀ ਸੀਗਾ ਵੀ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹਨੂੰ ਨਵੀਂ ਇੱਕ ਸੇਧ ਦਈਏ, ਇੱਕ ਨਵੀਂ ਦਿਸ਼ਾ ਦਿੱਤੀ ਜਾਵੇ। ਅਤੇ ਬੜਾ ਟੇਲੈਂਟ ਆ ਸਾਡੇ ਬੱਚਿਆਂ ਦੇ ਵਿੱਚ, ਅਤੇ ਕਿਉਂ ਨਾ ਜੋ ਮੇਰੇ ਕੋਲ ਹੁਨਰ ਸੀਗਾ, ਜੋ ਮੈਂ ਪੂਰੀ ਦੁਨੀਆ ਦੇ ਵਿੱਚ ਮੈਂ ਘੁੰਮਿਆ, USA, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਰਸ਼ੀਆ, ਜਾਪਾਨ, ਚਾਈਨਾ, ਸਾਰੀ ਦੁਨੀਆ 'ਚ ਮੈਂ 15 ਸਾਲ ਇੰਡੀਆ ਨੂੰ ਰੀਪ੍ਰਜੈਂਟ ਕੀਤਾ। 15 ਮੇਰੇ ਨੈਸ਼ਨਲ ਚੈਂਪੀਅਨ ਹੈ, 15 ਟਾਈਮ ਦਾ। ਉਹ ਜਿਹੜਾ ਮੇਰਾ ਹੁਨਰ ਸੀਗਾ, ਉਹ ਮੇਰੀ ਸੀਗੀ, ਉਹ ਮੈਂ ਪੂਰੇ ਦੁਨੀਆ ਦਾ ਇਕੱਠਾ ਕਰਕੇ ਆਪਣੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ, ਮੈਂ ਉਹਨਾਂ 'ਤੇ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਬੇਸਿਕ ਜਿਹੜਾ ਸ਼ੁਰੂ ਕੀਤਾ ਜਦੋਂ ਅਸੀਂ 10 ਕੁ ਬੱਚਿਆਂ ਤੋਂ ਸ਼ੁਰੂ ਕੀਤਾ ਸੀਗਾ। ਅਸੀਂ ਆਪਣੀ ਪਿੰਡ ਦੇ ਵਿੱਚ ਹੀ ਇੱਕ ਮਿੱਟੀ ਦਾ ਅਖਾੜਾ ਬਣਾ ਕੇ ਅਤੇ ਛੋਟੇ ਬੱਚਿਆਂ ਨੂੰ ਉੱਥੇ ਝੂਲੇ ਲਾ ਕੇ, ਇਹ ਸ਼ੁਰੂ ਦੇ ਵਿੱਚ ਅਸੀਂ ਇਹ ਨਹੀਂ ਸੀ ਵੀ ਰੈਸਲਿੰਗ ਅਸੀਂ ਕਰਵਾਉਣੀ ਆ। ਬੱਚਿਆਂ ਨੂੰ ਜਦੋਂ ਲੈ ਕੇ ਆਉਣਾ ਸੀ, ਅਸੀਂ ਇੱਕ ਪਾਰਕ ਬਣਾਇਆ, ਝੂਲੇ ਉੱਥੇ ਲਾਏ ਹਰੇਕ ਤਰ੍ਹਾਂ ਦੇ। ਬੱਚੇ ਛੋਟੇ ਬੱਚੇ ਜਿਹੜੇ ਉੱਥੇ ਆ ਕੇ ਝੂਲਿਆਂ ਦੇ ਉੱਤੇ ਆਉਂਦੇ ਸੀ, ਉਹਨੂੰ ਖੇਡਦੇ ਸੀ ਪਾਰਕ ਦੇ ਵਿੱਚ ਜਿੱਦਾਂ। ਫਿਰ ਉਸ ਤੋਂ ਬਾਅਦ ਅਸੀਂ ਉੱਥੇ ਇੱਕ ਕੋਚ ਅਪੁਆਇੰਟ ਕੀਤਾ, ਜਿਹੜਾ ਉਹਨਾਂ ਨੂੰ ਥੋੜ੍ਹਾ ਜਿਹਾ ਡਿਸਿਪਲਿਨ 'ਚ ਰੱਖਦਾ ਸੀ, ਅਤੇ ਨਾਲ ਅਸੀਂ ਉਹਨਾਂ ਦੀ ਡਾਈਟ ਸ਼ੁਰੂ ਕਰ ਦਿੱਤੀ। ਥੋੜ੍ਹੀ ਬੱਚਿਆਂ ਨੂੰ ਦੁੱਧ ਦੇਣਾ, ਘਰੋਂ ਹੀ ਦੁੱਧ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਇੱਦਾਂ ਸਾਡਾ ਹੋਇਆ, ਮੇਨ ਰੋਡ ਦੇ ਉੱਪਰ ਸੀਗਾ, ਜਦੋਂ ਹਰੇਕ ਕੋਈ ਪੇਰੈਂਟਸ ਲੰਘਦੇ ਸੀਗੇ ਜਾਂ ਬੱਚੇ ਲੰਘਦੇ ਸੀਗੇ, ਅਤੇ ਉਹ ਦੇਖਦੇ ਸੀ ਬੱਚਿਆਂ ਨੂੰ ਫ੍ਰੀ ਦੁੱਧ ਮਿਲਦਾ ਅਤੇ ਇਹ ਬੱਚੇ ਖੇਡਦੇ ਆ। ਫਿਰ ਅਸੀਂ ਥੋੜ੍ਹਾ ਜਿਹਾ ਉਹਦੀ ਰੱਖ ਦਿੱਤਾ ਵੀ ਜਿਹੜਾ ਬੱਚਾ ਇੱਥੇ ਹੋਊਗਾ ਉਹਨੂੰ ਡੇਲੀ ਆਉਣਾ ਪਊਗਾ, ਜਿਹੜਾ ਮਿਸ ਕਰੂਗਾ ਜਾਂ ਛੁੱਟੀ ਕਰੂਗਾ ਉਹਨੂੰ ਅਸੀਂ ਇੱਥੇ ਅਗਲੀ ਵਾਰੀ ਉਹਨੂੰ ਕੋਈ ਛੋਟੀ ਮੋਟੀ ਪਨਿਸ਼ਮੈਂਟ ਦਿੰਦੇ ਸੀਗੇ, ਜਿੱਦਾਂ ਕੰਨ ਫੜਾ ਤੇ, ਸੌਰੀ ਕਰਤੀ, ਇੱਦਾਂ। ਅਤੇ ਫਿਰ ਉਹਦਾ ਟਾਈਮ ਇੱਕ ਫਿਕਸ ਕਰ ਦਿੱਤਾ ਵੀ ਇੰਨੇ ਵਜੇ ਸਵੇਰੇ ਹੋਊਗਾ ਇਹ ਕਲਾਸ ਅਤੇ ਇੰਨੇ ਵਜੇ ਸ਼ਾਮ ਨੂੰ ਕਲਾਸ ਹੋਊਗੀ। ਅਤੇ ਕੋਚ ਨੂੰ ਡਿਸਿਪਲਨ ਦੇ ਤੌਰ 'ਤੇ ਉਹਨੂੰ ਟਾਈਮ ਸਿਰ ਬੱਚਿਆਂ ਨੂੰ ਲਿਆਉਣ ਨੂੰ, ਫਿਰ ਬੇਸਿਕ ਛੋਟੀਆਂ ਅਸੀਂ ਐਕਸਰਸਾਈਜ਼ ਸ਼ੁਰੂ ਕਰ ਦਿੱਤੀਆਂ ਇਹਨਾਂ ਦੀਆਂ ਬੱਚਿਆਂ ਦੇ। ਜਦੋਂ ਅਸੀਂ ਡਾਈਟ ਦੇਣ ਲੱਗ ਪਏ, ਬੱਚੇ 10 ਤੋਂ 15, 20, 50 ਸ਼ੁਰੂ ਹੋ ਗਏ ਬੱਚੇ ਆਉਣੇ। ਫਿਰ ਉਹਨਾਂ ਦੇ ਵਿੱਚ ਜਦੋਂ ਅਸੀਂ ਦੇਖਿਆ ਤਾਂ ਬਹੁਤ ਜ਼ਿਆਦਾ ਨੈਚੁਰਲ ਟੈਲੈਂਟ ਸੀਗਾ ਪਿੰਡਾਂ ਦੇ ਬੱਚਿਆਂ ਦੇ ਵਿੱਚ, ਬਹੁਤ ਆ। ਫਿਰ ਅਸੀਂ ਉਹਨਾਂ ਨੂੰ ਹੌਲੀ ਐਕਸਰਸਾਈਜ਼ ਤੋਂ ਬਾਅਦ ਜਦੋਂ ਫਿਟਨੈਸ ਉਹਨਾਂ ਦੀ ਠੀਕ ਹੋ ਗਈ, ਫਿਰ ਅਸੀਂ ਉਹਨਾਂ ਨੂੰ ਰੈਸਲਿੰਗ ਦੀ ਟੈਕਨੀਕ ਜਿਹੜੀ ਆ ਉਹ ਦੱਸਣ ਲੱਗ ਪਏ, ਬੇਸਿਕ ਚੀਜ਼ਾਂ ਰੈਸਲਿੰਗ ਦੀਆਂ। ਫਿਰ ਉਸ ਤੋਂ ਬਾਅਦ ਰਿਜ਼ਲਟ ਇੰਨਾ ਵਧੀਆ ਆਇਆ, ਇੱਕ ਮਿੱਟੀ ਦੇ ਅਖਾੜੇ ਤੋਂ ਸਾਡੇ ਡਿਸਟ੍ਰਿਕਟ 'ਚੋਂ ਬੱਚਿਆਂ ਦੇ ਸਕੂਲਾਂ 'ਚੋਂ ਮੈਡਲ ਆਉਣ ਲੱਗ ਪਏ, ਸਟੇਟ 'ਚੋਂ ਮੈਡਲ ਆ ਗਏ। ਫਿਰ ਅਸੀਂ ਇੱਕ ਸੋਸ਼ਲ ਕਾਜ਼ ਨੂੰ ਸ਼ੁਰੂ ਕਰਦੇ ਹੋਏ ਸਾਰੇ ਪਰਿਵਾਰ ਨੇ, ਸਾਰੇ ਰਿਸ਼ਤੇਦਾਰਾਂ ਨੇ, ਸਾਡੇ ਏਰੀਏ ਦੇ ਵਿੱਚ ਸਾਰੀ ਅਸੀਂ ਇੱਕ ਮੀਟਿੰਗ ਰੱਖ ਕੇ ਇਹਨੂੰ ਅਸੀਂ ਹੋਰ ਉੱਚੇ ਲੈਵਲ 'ਤੇ ਲਿਜਾਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਇਨਡੋਰ, ਐਕਚੁਅਲੀ ਤਾਂ ਜਿਹੜੀ ਰੈਸਲਿੰਗ ਹੈ ਉਹ ਇਨਡੋਰ ਗੇਮ ਹੈ, ਉਹਨੂੰ ਇਨਡੋਰ ਹਾਲ ਬਣਾਉਣਾ। ਫਿਰ ਉਹ ਅਸੀਂ ਇੱਕ ਕਮੇਟੀ ਬਣਾਈ ਹੈ,
ਉਹਦਾ ਨਾਂ ਰੱਖਿਆ। ਪਹਿਲਾਂ ਅਸੀਂ ਨਾਂ ਲੱਭਦੇ ਸੀ, ਫਿਰ ਸਾਰੀ ਟੀਮ ਨੇ ਸਾਡੀ ਨੇ ਕੋਚਿਜ਼ ਆ ਸਾਡੇ ਸਾਰਿਆਂ ਨੇ, ਉਹਨਾਂ ਨੇ ਸਾਰਿਆਂ ਨੇ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਂ 'ਤੇ ਹੀ ਰੱਖਣੀ ਆ। ਫਿਰ ਉਹ ਮੇਰੇ ਨਾਂ 'ਤੇ ਅਸੀਂ ਜਗਜੀਤ ਰੈਸਲਿੰਗ ਅਕੈਡਮੀ ਜਿਹੜੀ ਆ ਉਹ ਉਹਨੂੰ ਰਜਿਸਟਰਡ ਕਰਵਾਇਆ ਅਤੇ ਫਿਰ ਇੱਦਾਂ ਇਹ ਸ਼ੁਰੂ ਹੋਈ ਸ਼ੁਰੂਆਤ ਇਹਦੀ। ਜੱਗ ਨੂੰ ਜਿੱਤਣ ਵਾਲਾ ਜਗਜੀਤ ਹੈ। ਅੱਛਾ, ਤੁਹਾਨੂੰ ਇਹ ਤਾਂ ਸ਼ੁਰੂਆਤੀ ਦੌਰ ਦੀ ਗੱਲ ਹੈ, ਪਰ ਬਾਅਦ ਵਿੱਚ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਂਦਾ ਆ ਤੇ ਇਹ ਪੈਸਾ ਬਹੁਤ ਮੈਟਰ ਕਰਦਾ ਹੈ, ਤੇ ਇਹਨੂੰ ਸਭ ਨੂੰ ਮੈਨੇਜ ਕਿੱਦਾਂ ਕਰਦੇ ਹੋ ਫਾਈਨੈਂਸ਼ੀਅਲੀ, ਇਹਦਾ ਤੋਰਾ ਕਿਵੇਂ ਤੁਰਦਾ ਹੈ? ਪਰਮਾਤਮਾ ਦੀ ਕਿਰਪਾ ਨਾਲ ਸਾਡੀ ਜਿਹੜੀ ਕੌਮ ਆ ਇਹਦੇ ਵਿੱਚ ਕਦੀ ਵੀ ਕੋਈ ਥੋੜ ਨਹੀਂ ਆਉਂਦੀ। 24 ਘੰਟੇ ਲੰਗਰ ਚੱਲਦੇ ਆ, ਹੈ ਨਾ। ਕੋਈ ਵੀ ਤੁਸੀਂ ਜਿਹੜਾ ਕਾਜ ਸ਼ੁਰੂ ਕਰਨਾ, ਤੁਹਾਡੀ ਸੋਚ ਸਹੀ ਹੋਵੇ, ਤੁਹਾਡੀ ਸੋਚ ਸੱਚੀ ਹੋਵੇ ਅਤੇ ਇਹ ਚੀਜ਼ਾਂ ਨੋਰਮਲ ਕੋਈ ਪ੍ਰੋਬਲਮ ਨਹੀਂ ਆਉਂਦੀ। ਉਹੀ ਸਾਨੂੰ ਹੋਇਆ। ਜਿਹੜੀ ਸਾਡੀ ਟੀਮ ਸੀਗੀ, ਇੰਨੀ ਮਿਹਨਤ ਦਿਨ ਰਾਤ ਕੀਤੀ ਇਹਨਾਂ ਨੇ, ਅਤੇ ਅਸੀਂ ਮੇਰਾ 5 ਕਰੋੜ ਦੇ ਕਰੀਬ ਅਸੀਂ ਹੁਣ ਇਹਦੇ ਉੱਤੇ ਲਾ ਦਿੱਤਾ। ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਸਾਡੇ ਇੱਥੇ ਜ਼ਮੀਨ ਦੀ ਵੀ ਕੋਈ ਕਮੀ ਨਹੀਂ ਸੀਗੀ। ਫਿਰ ਅਸੀਂ ਪਹਿਲਾਂ 1 ਕਿੱਲਾ, ਫਿਰ 2 ਕਿੱਲੇ, ਹੁਣ 3 ਕਿੱਲਿਆਂ ਦੇ ਵਿੱਚ ਉਹ ਜਿਹੜੀ ਅਕੈਡਮੀ ਜਿਹੜੀ ਬਣਾਈ ਆ। ਫਿਰ ਅਸੀਂ ਸਾਡੇ ਨਾਲ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਪੁਰਾਣੇ ਰੈਸਲਰ ਆ, ਉਹ ਬਾਹਰਲੇ ਮੁਲਕਾਂ 'ਚ ਜਾ ਕੇ ਸੈੱਟ ਹੋਏ ਆ, ਕੈਨੇਡਾ, USA ਆ, ਫਿਰ ਇੰਗਲੈਂਡ ਆ। ਉਹ ਸਾਰੇ ਸਾਡੇ ਨਾਲ ਇੱਕ ਟੀਮ ਦੇ ਮੈਂਬਰ ਦੇ ਤੌਰ 'ਤੇ ਜੁੜ ਗਏ ਅਤੇ ਅਸੀਂ ਇਸ ਲੈਵਲ ਤੱਕ ਪਹੁੰਚ ਗਏ ਹਾਂ ਹੁਣ। ਤੁਸੀਂ ਕਹਿੰਦੇ ਹੋ ਕਿ ਪਹਿਲਾਂ ਕਿੱਲਾ, ਫਿਰ 2 ਕਿੱਲੇ, ਫਿਰ 3 ਕਿੱਲੇ ਆ। ਇਹ ਕਿੱਲੇ ਹੈ ਕਿਹਨਾਂ ਦੇ ਆ? ਜਗਜੀਤ ਸਿੰਘ ਹੋਣਾ ਦੇ ਆਪਣੇ ਪਰਸਨਲ ਕਿੱਲੇ ਆ? ਨਹੀਂ, ਇਹ ਤਾਂ ਪਰਮਾਤਮਾ ਦਾ ਹੀ ਹੈ ਜੀ। ਮੈਂ ਇੱਦਾਂ ਤਾਂ ਨਹੀਂ ਕਹੂੰਗਾ। ਸਾਡੇ ਬਜ਼ੁਰਗਾਂ ਦੀ ਸੀਗੀ ਇਹ ਜ਼ਮੀਨ, ਦਾਦਾ ਜੀ ਦੀ, ਫਿਰ ਫਾਦਰ ਸਾਹਿਬ ਦੀ ਆ ਗਈ। ਹਜੇ ਤੱਕ ਸਾਡੀ ਨਹੀਂ ਹੈ ਇਹ ਉਹਨਾਂ ਦੀ ਆ, ਸਾਡੀ ਫੈਮਿਲੀ ਦੀ ਆ ਇੱਕ ਇਹ। ਉਹਨਾਂ ਦੇ ਵਿੱਚੋਂ ਦੇਖੋ ਪਿਛਲੇ ਬਜ਼ੁਰਗ ਵੀ ਇੱਥੇ ਛੱਡ ਗਏ ਜ਼ਮੀਨਾਂ, ਸਾਡੇ ਫਾਦਰ ਸਾਹਿਬ ਦੀ ਆ। ਹੋ ਸਕਦਾ ਅਸੀਂ ਵੀ ਇੱਥੇ ਛੱਡ ਜਾਣੀਆਂ ਜੇ ਕਿਸੇ ਦੇ ਕੰਮ ਆਊਗੀਆਂ ਇਹ। ਅਤੇ ਕਿੰਨੇ ਬੱਚੇ ਹੁਣ ਸਾਡੇ ਕੋਲ 150 ਦੇ ਕਰੀਬ ਬੱਚਾ ਇੱਥੇ ਆਉਂਦਾ ਪ੍ਰੈਕਟਿਸ ਕਰਨ, ਅਤੇ ਇਹਦੇ ਵਿੱਚੋਂ ਸਾਡਾ ਜਿਹੜਾ ਰਿਜ਼ਲਟ ਆ ਵਰਲਡ ਲੈਵਲ ਤੱਕ, ਜਿਹੜੇ ਵਰਲਡ ਪੁਲਿਸ 'ਚੋਂ ਸਾਡੇ ਬੱਚੇ ਦਾ ਗੋਲਡ ਆਇਆ। ਫਿਰ ਇੰਟਰਨੈਸ਼ਨਲ ਬਹੁਤ ਸਾਰੇ ਬੱਚੇ ਹੋ ਗਏ ਸਾਡੇ ਇੱਥੋਂ, ਹੈ ਨਾ। ਫਿਰ ਉਸ ਤੋਂ ਬਾਅਦ ਜਿਹੜੇ 50 ਦੇ ਕਰੀਬ ਜਿਹੜੇ ਬੱਚੇ ਆ, ਸਭ ਤੋਂ ਵੱਡੀ ਗੱਲ ਇਹ ਆ ਵੀ 50 ਬੱਚੇ ਸਾਡੇ ਇੱਥੋਂ ਸਰਕਾਰੀ ਨੌਕਰੀਆਂ 'ਤੇ ਚੱਲ ਗਏ ਆ, ਜਿਹੜੇ ਇੱਥੋਂ ਟ੍ਰੇਨਿੰਗ ਲੈ ਕੇ ਗਏ ਆ। ਸੀਨੀਅਰ ਕੋਚ ਇਸ ਸਮੇਂ ਮੇਰੇ ਨਾਲ ਨੇ। ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ। ਕੋਚ ਸਾਹਿਬ, ਨਾਮ ਕੀ ਆਪਣਾ? ਮੇਰਾ ਨਾਮ ਮਨਦੀਪ ਸ਼ਰਮਾ ਜੀ। ਅੱਛਾ ਸ਼ਰਮਾ ਸਾਹਿਬ, ਕਦੋਂ ਤੋਂ ਲੱਗੇ ਹੋ ਇਸ ਅਕੈਡਮੀ ਦੇ ਨਾਲ? ਮੈਨੂੰ 5 ਸਾਲ ਹੋ ਗਏ ਜੀ ਇਸ ਅਕੈਡਮੀ ਦੇ ਨਾਲ ਜੀ। ਅੱਛਾ, ਤੇ ਤੁਸੀਂ ਸੁਣਿਆ ਕਿ ਨੈਸ਼ਨਲ ਵੀ ਹੋ, ਇੰਟਰਨੈਸ਼ਨਲ ਕੋਚ ਵੀ ਹੋ? ਹਾਂਜੀ ਹਾਂਜੀ, ਮੈਂ ਇੰਟਰਨੈਸ਼ਨਲ ਲੈਵਲ ਦਾ ਕੋਚ ਹਾਂ ਜੀ। ਤੇ ਅੱਛਾ, ਜਦੋਂ ਗੱਲ ਕਰਦੇ ਆ ਇੰਟਰਨੈਸ਼ਨਲ ਕੋਚ ਦੀ, ਤਾਂ ਕੀ ਜਿਹੜੀ ਤੁਹਾਨੂੰ ਲੱਗਦਾ ਕਿ ਪੂਰੇ ਸਿਸਟਮ ਦੇ ਵਿੱਚ ਇੱਕ ਜਿਹੜੀ ਚੀਜ਼ ਆ, ਲੂਪ ਹੋਲ ਆ, ਉਹ ਕੀ ਹੈ? ਇਹ ਲੂਪ ਹੋਲ ਕਿੱਦਾਂ ਜੀ? ਜਿੱਦਾਂ ਮਤਲਬ ਕਿ ਕੀ ਖਾਮੀ ਹੈ ਪੂਰੇ ਸਿਸਟਮ ਦੇ? ਜਦੋਂ ਅਸੀਂ ਕੋਚਿਸ ਦੀ ਗੱਲ ਕਰਦੇ ਹਾਂ ਕਿ ਕੋਚਿਸ ਉਹਨਾਂ ਨੂੰ ਪੇ ਕੀਤਾ ਜਾਂਦਾ ਉਹਨਾਂ? ਬਿਲਕੁਲ ਜੀ, ਬਿਲਕੁਲ ਜੀ। ਬਾਕੀ ਇੱਦਾਂ ਹੈ ਜੀ, ਜਿੱਦਾਂ ਅਸੀਂ ਕੋਚ ਹੁਣ ਟ੍ਰੇਨਿੰਗ ਤਾਂ ਜ਼ਰੂਰ ਦਿੰਦੇ ਹਾਂ ਜੀ ਸਾਰੇ ਬੱਚਿਆਂ ਨੂੰ। ਕੋਈ ਬੱਚਾ ਜਲਦੀ ਤਿਆਰ ਹੁੰਦਾ ਆ, ਕੋਈ ਥੋੜ੍ਹਾ ਲੇਟ ਹੁੰਦਾ ਆ। ਮਤਲਬ ਮੇਨ ਸਾਡਾ ਫੋਕਸ ਹੈ ਵੀ ਬੱਚਿਆਂ 'ਤੇ ਪ੍ਰੈਕਟਿਸ 'ਤੇ ਜ਼ੋਰ ਦੇ ਰਹੇ ਹਾਂ ਜੀ, ਸਵੇਰੇ ਸ਼ਾਮ ਜੀ। ਅੱਛਾ, ਜਦੋਂ ਗੱਲ ਕਰਦੇ ਆ ਇਸ ਅਕੈਡਮੀ ਦੀ, ਤੇ ਇਸ ਅਕੈਡਮੀ ਦੇ ਵਿੱਚ ਹੁਣ ਤੱਕ ਕਿੰਨੇ ਬੱਚੇ ਜਿਹੜੇ ਤੁਹਾਡੇ ਟੈਨਿਓਰ ਦੇ ਤੁਹਾਡੇ ਜਦੋਂ ਤੁਸੀਂ ਕੋਚਿੰਗ ਦੇ ਰਹੇ ਹੋ, ਕਿੰਨੇ ਬੱਚੇ ਨੈਸ਼ਨਲ ਖੇਡ ਚੁੱਕੇ ਨੇ? ਕੋਈ ਇੰਟਰਨੈਸ਼ਨਲ ਵੀ ਖੇਡਿਆ? ਬਿਲਕੁਲ ਖੇਡਿਆ ਜੀ। ਇੱਕ ਲੜਕੀ ਤੇ ਇੱਕ ਲੜਕਾ ਖੇਡਿਆ ਜੀ। ਜਿਹੜਾ ਲੜਕਾ ਪ੍ਰਦੀਪ ਕੁਮਾਰ, ਉਹਦਾ ਵਰਲਡ ਪੂਲਸ ਐਂਡ ਫਾਇਰ ਗੇਮ ਜੋ ਚਾਈਨਾ ਹੋਈ ਸੀਗੀ, ਉਹਦੇ ਵਿੱਚੋਂ 골ਡ ਮੈਡਲ ਹੈ ਜੀ। ਇੱਕ ਲੜਕੀ ਇੱਥੇ ਦੀ ਸੀਗੀ ਜੀ, ਉਹ ਸਲੋਵਾਕੀਆ ਜੂਨੀਅਰ ਵਰਲਡ ਚੈਂਪੀਅਨਸ਼ਿਪ ਗਈ ਸੀ, ਉੱਥੇ ਪਾਰਟੀਸਪੇਟ ਹੈ ਜੀ ਉਹਦਾ ਵੀ। ਅਤੇ ਹੋਰ ਬੱਚੇ ਵੀ ਕੋਸ਼ਿਸ਼ ਹੈ ਜੀ ਵੀ ਹੁਣ ਜਾਣਗੇ ਜੀ ਹੋਰ। ਅਤੇ ਨੈਸ਼ਨਲ ਦੇ ਵਿੱਚੋਂ ਬੜੇ ਬੱਚਿਆਂ ਦੇ ਮੈਡਲ ਹੈ ਜੀ। ਸਕੂਲ ਨੈਸ਼ਨਲ 'ਚੋਂ, ਕੈਡਟ ਨੈਸ਼ਨਲ 'ਚੋਂ, ਜੂਨੀਅਰ ਨੈਸ਼ਨਲ 'ਚੋਂ, ਸੀਨੀਅਰ ਨੈਸ਼ਨਲ 'ਚੋਂ ਵੀ ਬੱਚਿਆਂ ਦੇ ਮੈਡਲ ਆ। ਇਸ ਅਕੈਡਮੀ ਦੇ ਘੱਟ ਤੋਂ ਘੱਟ 50 ਬੱਚੇ ਆ ਜਿਹੜੇ ਕਿ ਉਹ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਹੋਏ ਆ। ਕੋਈ ਪੰਜਾਬ ਪੁਲਿਸ, CRPF, BSF, ਬਾਕੀ ਹੋਰ ਡਿਪਾਰਟਮੈਂਟਾਂ ਦੇ ਵਿੱਚ ਹੋਏ ਆ ਜੀ। ਅੱਛਾ, ਜਦੋਂ ਇੱਕ ਅਧਿਆਪਕ ਨੂੰ ਮਾਣ ਹੁੰਦਾ ਆ, ਇੱਦਾਂ ਹੀ ਕੋਚ ਨੂੰ ਵੀ ਬੜਾ ਮਾਣ ਹੁੰਦਾ ਆਪਣੇ ਪਲੇਅਰਸ ਦੇ ਉੱਤੇ। ਤੇ ਕਿਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਬੜੇ ਸਾਰੇ ਤੁਹਾਡੇ ਪਲੇਅਰ ਸਿਖਾਏ ਹੋਏ ਵੱਖਰੀਆਂ ਵੱਖਰੀਆਂ ਮੱਲਾਂ ਮਾਰਦੇ ਆ? ਜਦੋਂ ਬੱਚੇ ਨੈਸ਼ਨਲ 'ਚੋਂ ਮੈਡਲ ਲੈ ਕੇ ਆਉਂਦੇ ਆ, ਉਦੋਂ ਕੋਚ ਨੂੰ ਖੁਸ਼ੀ ਹੁੰਦੀ ਹੈ ਜੀ ਬੜੀ। ਜਾਂ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਜੀ, ਬੜੀ ਖੁਸ਼ੀ ਹੁੰਦੀ ਹੈ ਮਨ ਨੂੰ। ਇੰਨੀ ਖੁਸ਼ੀ ਹੁੰਦੀ ਹੈ ਵੀ ਜਿਹਨਾਂ ਬੱਚਿਆਂ ਨੂੰ ਦਿੱਤੀ ਆ, ਉਹ ਕੁਛ ਕਰਕੇ ਉਹਨਾਂ ਨੇ ਦਿਖਾ ਲਿਆ ਜੀ। ਜਗਜੀਤ ਰੈਸਲਿੰਗ ਅਕੈਡਮੀ ਦੀ ਇੱਕ ਹੋਣਹਾਰ ਪਲੇਅਰ ਹੈ ਮਨਪ੍ਰੀਤ ਕੌਰ, ਤੇ ਗੱਲ ਕਰਦੇ ਹਾਂ ਮਨਪ੍ਰੀਤ ਦੇ ਨਾਲ। ਮਨਪ੍ਰੀਤ, ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ। ਅੱਛਾ, ਤੁਸੀਂ ਕਹਿੰਦੇ ਕਿ ਜੂਨੀਅਰ ਵੀ ਖੇਡਿਆ, ਸੀਨੀਅਰ ਵੀ ਖੇਡਿਆ, ਤੇ ਕਿਹੜੇ ਕਿਹੜੇ ਹੁਣ ਤੱਕ ਜਿਹੜੇ ਜਿਹਦੇ ਵਿੱਚੋਂ ਤੁਹਾਡੇ ਮੈਡਲ ਆਏ ਨੇ?
ਮੇਰੇ ਜੂਨੀਅਰ 'ਚ ਵੀ ਮੈਡਲ ਕਾਫੀ ਨੇ, ਸੀਨੀਅਰ 'ਚ ਵੀ ਕਾਫੀ ਮੈਡਲ ਨੇ, ਜੋ ਕਿ 2019 'ਚ ਹੋਣ ਲੈਸਟਰ ਸੀਨੀਅਰ ਨੈਸ਼ਨਲ ਹੋਈ ਤੇ ਉਹ 'ਚ ਬ੍ਰਾਊਨਜ਼ ਮੈਡਲ ਹੈਗਾ, ਅਤੇ ਖੇਲੋ ਇੰਡੀਆ ਯੂਨੀਵਰਸਿਟੀ ਵਿੱਚ ਵੀ ਮੇਰਾ ਮੈਡਲ ਆ ਸਿਲਵਰ ਮੈਡਲ। ਅਤੇ ਬੈਸਟ ਪਲੇਅਰ 8 ਕੱਢਦੇ ਨੇ, ਜੋ ਯੂਨੀਵਰਸਿਟੀ 'ਚ ਬੈਸਟ ਪਲੇਅਰ 8 ਹੁੰਦੇ, ਉਹ 'ਚ ਵੀ ਖੇਲਿਆ, ਉਹ 'ਚ ਵੀ ਸਿਲਵਰ ਮੈਡਲ ਹੈ ਮੇਰਾ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਮੈਡਲ ਇੰਨੇ ਹੈਗੇ ਆ, ਤੇ ਫਿਰ ਤੁਹਾਨੂੰ ਕੋਈ ਗਵਰਨਮੈਂਟ ਵੱਲੋਂ ਏਡ ਮਿਲ ਰਹੀ ਹੈ ਕਿ ਨਹੀਂ? ਹਾਲੇ ਤਾਂ ਕਾਫੀ ਘੱਟ ਮਿਲ ਰਹੀ ਆ, ਅਤੇ ਉਹ ਕੋਚਿਸ ਕਰ ਰਹੇ, ਟਰਾਈ ਕਰ ਰਹੇ ਨੇ ਕਿ ਇਹਨੂੰ ਡਾਈਟ ਵਗੈਰਾ ਪ੍ਰੋਪਰ ਮਿਲੇ, ਪ੍ਰੋਪਰ ਸਰਕਾਰ ਵੱਲੋਂ ਪੈਸੇ ਵਗੈਰਾ ਸਾਰਾ ਕੁਝ ਡਾਈਟ ਪ੍ਰੋਪਰ ਮਿਲੇ। ਅੱਛਾ, ਤੁਹਾਡਾ ਡ੍ਰੀਮ ਕੀ ਹੈ ਮਨਪ੍ਰੀਤ? ਮੇਨ ਓਲੰਪਿਕ ਕੁਆਲੀਫਾਈ। ਤੇ ਕਿੱਦਾਂ ਟਰਾਈ ਤੁਸੀਂ ਜਿਹੜਾ ਸਾਰਾ ਦਿਨ ਹੈ ਉਹਨੂੰ ਕਿਵੇਂ ਪ੍ਰੈਕਟਿਸ ਕਰਦੇ ਹੋ? ਪੂਰੇ ਦਿਨ 'ਚ ਕਿਵੇਂ ਮੈਨੇਜ ਕਰਦੇ ਹੋ ਆਪਣੇ ਆਪ ਨੂੰ? ਸਵੇਰੇ ਵੀ ਪ੍ਰੈਕਟਿਸ ਹੁੰਦੀ ਹੈ, ਸ਼ਾਮੀ ਪ੍ਰੈਕਟਿਸ ਹੁੰਦੀ, ਕਿਵੇਂ ਕਰਦੇ ਹੋ? ਮੈਨੇਜ ਤੇ ਉਹ ਤੁਹਾਨੂੰ ਪਤਾ ਹੀ ਕਰਨਾ ਹੀ ਪੈਂਦਾ ਬੱਚਿਆਂ ਨੂੰ, ਜੇ ਆਪਾਂ ਕੁਝ ਕਰਨਾ ਲਕਸ਼ ਲਈ ਤਿਆਰੀ ਕਰਨੀ ਆ, ਆਪਾਂ ਨੂੰ ਮੈਨੇਜ ਕਰਨਾ ਹੀ ਪੈਣਾ, ਠੀਕ ਆ। ਆਪਾਂ ਨੀਂਦ ਤਿਆਗਣੀ ਹੀ ਪੈਣੀ ਆ, ਅਤੇ ਅਸੀਂ ਨੀਂਦ ਤਿਆਗਦੇ ਹਾਂ। ਕੋਚ ਹੀ ਸਾਨੂੰ ਟਾਈਮ ਦੇ ਰਹੇ ਕਿ ਇਸ ਟਾਈਮ ਪ੍ਰੈਕਟਿਸ ਕਰਨੀ, ਅਸੀਂ ਉਸ ਟਾਈਮ ਅੱਧਾ ਘੰਟਾ ਪਹਿਲਾਂ ਹੀ ਪ੍ਰੈਕਟਿਸ 'ਤੇ ਆਉਂਦੇ ਹਾਂ ਕਿ ਅਸੀਂ ਕੋਚ ਇਸ ਪ੍ਰੈਕਟਿਸ ਥਰੂ ਅਸੀਂ ਗਾਂਹ ਵੱਧ ਸਕੀਏ। ਜੇ ਆਪਾਂ ਕੋਈ ਵੀ ਕੋਈ ਵੀ ਗੇਮ ਕਰਦੇ ਹਾਂ, ਆਪਾਂ ਨਸ਼ਿਆਂ ਤੋਂ ਦੂਰ ਹੋ ਜਾਂਦੇ ਹਾਂ, ਕਿ ਆਪਾਂ ਨੂੰ ਕਰੇਜ਼ ਹੋ ਜਾਂਦਾ ਕਿ ਅਸੀਂ ਗੇਮ ਕਰਨੀ ਹੈ, ਕੁਛ ਐਨੀ ਕੋਈ ਵੀ ਚੀਜ਼ ਕਰਨੀ ਆ, ਅਤੇ ਆਪਾਂ ਨਸ਼ੇ, ਜੇ ਆਪਾਂ ਫ੍ਰੀ ਬੈਠਾਂਗੇ ਸੰਗਤ ਮਾੜੀ 'ਚ ਬਵਾਂਗੇ ਤਾਂ ਆਪਾਂ ਜ਼ਰੂਰ ਨਸ਼ਿਆਂ ਵੱਲ ਲੱਗਾਂਗੇ, ਬਟ ਗੇਮ ਇੱਕ ਇਹੋ ਜਿਹੀ ਚੀਜ਼ ਆ ਜੋ ਆਪਾਂ ਨੂੰ ਨਸ਼ਿਆਂ ਤੋਂ ਦੂਰ ਕਰਦੀ ਆ। ਮਨਪ੍ਰੀਤ, ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਦਾਂ ਅਸੀਂ ਇਸ ਅਕੈਡਮੀ ਦੇ ਹੋਰ ਪਲੇਅਰ ਜਿਹੜੇ ਨੈਸ਼ਨਲ ਖੇਡ ਚੁੱਕੇ ਨੇ, ਸੀਨੀਅਰ ਖੇਡ ਚੁੱਕੇ ਨੇ, ਜੂਨੀਅਰ ਖੇਡ ਚੁੱਕੇ ਨੇ, ਮੈਡਲ ਲੈ ਕੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹੋ ਸਾਡੇ ਨਾਲ। ਇਹ ਵੀ ਸੌਖਾ ਡਿਸੀਜਨ ਨਹੀਂ ਹੁੰਦਾ, ਜਿਵੇਂ ਤੁਸੀਂ ਕਹਿੰਦੇ ਹੋ ਕਿ ਵੀ ਮੇਰੀ ਜ਼ਮੀਨ ਨਹੀਂ ਹੈ ਪਰਸਨਲੀ। ਅੱਛਾ ਚਲੋ, ਇਹ ਵੀ ਗੱਲ ਇੱਕ ਹੈਗੀ ਆ। ਦੂਸਰੇ ਬੰਨੇ ਜਦੋਂ ਅਸੀਂ ਪੰਜਾਬ ਪੁਲਿਸ ਦੀ ਗੱਲ ਕਰਦੇ ਹਾਂ ਤਾਂ ਇੱਕ ਤਸਵੀਰ ਹੁੰਦੀ ਆ ਕਿ ਇਹਨਾਂ ਦੇ ਵਿੱਚ ਹਲੀਮੀ ਨਹੀਂ ਹੁੰਦੀ। ਮੈਂ ਤੁਹਾਡੇ ਨਾਲ ਫੋਨ 'ਤੇ ਵੀ ਗੱਲ ਕਰ ਰਿਹਾ ਸੀ ਜਦੋਂ ਆਪਾਂ ਰਾਬਤਾ ਕਾਇਮ ਕਰਨਾ ਸੀ ਇੰਟਰਵਿਊ ਦੇ ਲਈ, ਤੁਹਾਡੀ ਅਕੈਡਮੀ ਦੇ ਲਈ, ਅਤੇ ਮੈਂ ਇੱਕ ਗੱਲ ਬਹੁਤ ਨੋਟਿਸ ਕੀਤੀ ਹੈ ਕਿ ਤੁਸੀਂ ਬੜੀ ਹਲੀਮੀ ਦੇ ਨਾਲ, ਬੜਾ ਲਿਆਕਤ ਸੀਗੀ, ਬੜਾ ਇੱਦਾਂ ਲੱਗ ਰਿਹਾ ਸੀ ਕਿਸੇ ਡਾਊਨ ਟੂ ਅਰਥ ਬੰਦੇ ਨਾਲ, ਕੋਈ ਹੋਰ ਪ੍ਰੋਫੈਸ਼ਨ ਦੇ ਬੰਦੇ ਨਾਲ ਮੈਂ ਗੱਲ ਕਰ ਰਿਹਾ। ਇਹ ਕਿਵੇਂ ਹੈ, ਮੇਨਟੇਨ ਕਿਵੇਂ ਕੀਤਾ ਹੋਇਆ ਹੈ? ਇਹ ਤਾਂ ਪਰਮਾਤਮਾ ਵੱਲੋਂ ਹੀ ਹੁੰਦਾ ਜੀ, ਇਹ ਫੈਮਿਲੀ ਤੋਂ ਆ। ਬਾਕੀ ਜਿਹੜੀ ਸਾਡੀ ਗੇਮ ਆ ਰੈਸਲਿੰਗ ਜਿਹੜੀ ਆ, ਇਹਦੇ ਵਿੱਚ ਬਹੁਤ ਜ਼ਿਆਦਾ ਨਿਮਰਤਾ ਹੈ। ਜਿਹੜੇ ਸਾਡੇ ਕੋਚਿਸ ਆ, ਹੈ ਨਾ, ਹੁਣ ਤਾਂ ਚਲੋ ਅਸੀਂ ਉਸ ਲੈਵਲ, ਵਰਲਡ ਲੈਵਲ ਤੱਕ ਮੈਂ ਖੇਲਿਆ, ਅਤੇ ਜਿਹੜੀ ਬੇਸਿਕ ਆ ਸਾਡੇ, ਸਭ ਤੋਂ ਪਹਿਲਾਂ ਪੈਰੀਂ ਹੱਥ ਲਾਉਂਦੇ ਆ, ਹਰੇਕ ਦੇ ਪੈਰੀਂ ਹੱਥ ਲਾਉਂਦੇ ਆ। ਤੁਸੀਂ ਵੀ ਅਕੈਡਮੀ 'ਚ ਜਾਓਗੇ, ਤੁਹਾਡੇ ਵੀ ਉਹਨਾਂ ਨੇ ਬੱਚਿਆਂ ਨੇ ਪੈਰੀਂ ਹੱਥ ਲਾਉਣਾ। ਇਹੀ ਜਿਹੜੀਆਂ ਇਹ ਬੱਚਿਆਂ ਨੂੰ ਸਾਨੂੰ ਸਿਖਾਉਣ ਦੀਆਂ ਗੱਲਾਂ ਹੁੰਦੀਆਂ, ਰਿਸਪੈਕਟ ਜਿਹੜੀ ਆ, ਕਿਸੇ ਦੀ ਰਿਸਪੈਕਟ ਕਿੱਦਾਂ ਕਰਨੀ ਆ, ਇਹ ਤਾਂ ਸਾਨੂੰ ਰੈਸਲਿੰਗ ਤੋਂ ਮਿਲੀਆਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ। ਅਤੇ ਬਾਕੀ ਰਹੀ ਗੱਲ ਪੁਲਿਸ ਦੀ, ਪੁਲਿਸ ਇੱਦਾਂ ਦੀ ਜੋਬ ਆ, ਜੇ ਤੁਹਾਡਾ ਮਨ ਸੱਚਾ ਹੋਵੇ, ਤੁਹਾਡੀ ਸੋਚ ਸੱਚੀ ਹੋਵੇ, ਅਤੇ ਤੁਸੀਂ ਕੋਈ ਵੀ ਕੰਮ ਜਿਹੜਾ ਕਰ ਸਕਦੇ ਹੋ, ਇਹਦੇ ਵਿੱਚ ਕੋਈ ਅੜਚਨ ਨਹੀਂ ਆ ਸਕਦੀ। ਅਤੇ ਇਹ ਜਿਹੜਾ ਮਹਿਕਮਾ ਆ, ਬਹੁਤ ਹੀ ਰਿਸਪੈਕਟਡ ਆ। ਮੈਂ ਬਹੁਤ ਜ਼ਿਆਦਾ ਇੱਜ਼ਤ ਕਰਦਾ ਯੂਨੀਫਾਰਮ ਦੀ ਵੀ ਅਤੇ ਆਪਣੇ ਡਿਪਾਰਟਮੈਂਟ ਦੇ ਵੀ। ਬਹੁਤ ਸਾਰੇ ਆਫਿਸਰ ਜਿਹੜੇ ਆ ਨਾ, ਸੰਤ ਆ ਸਾਡੇ, ਮੈਂ ਸੰਤ ਕਹੂੰਗਾ, ਅਤੇ ਬਹੁਤ ਨੇਕ ਆਫਿਸਰ ਆ ਜਿਹੜੇ ਸਾਡੇ ਉਹਨਾਂ ਤੋਂ ਅਸੀਂ ਸੇਧ ਲੈ ਕੇ ਬੜਾ ਕੁਛ ਸਿੱਖਣ ਨੂੰ ਵੀ ਮਿਲਿਆ ਸਾਨੂੰ, ਹੈ ਨਾ। ਅਤੇ ਉਹ ਡਿਪਾਰਟਮੈਂਟ ਤੋਂ ਬੜਾ ਕੁਛ ਸਿੱਖਣ ਨੂੰ ਮਿਲਦਾ, ਅਤੇ ਡਿਪਾਰਟਮੈਂਟ 'ਚ ਰਹਿ ਕੇ ਅਸੀਂ ਬੜਾ ਕੁਛ ਕਰ ਸਕਦੇ ਹਾਂ ਸੋਚ ਸੱਚੀ ਨੂੰ ਲੈ ਕੇ। ਚਲੋ, ਇਹ ਤਾਂ ਡਿਪਾਰਟਮੈਂਟ ਦੀਆਂ ਗੱਲਾਂ ਹੋਈਆਂ ਜਿਹੜੀਆਂ ਆਪਾਂ ਨਹੀਂ ਕਰਦੇ, ਕਿਉਂਕਿ ਹਰ ਕਿਸੇ ਦਾ ਆਪੋ ਆਪਣਾ ਸੋਚ ਹੈ। ਕਈ ਕਹਿੰਦੇ ਆ ਜੀ ਕਿ ਇਹਨਾਂ ਦੇ ਵਿੱਚ ਹਿਲੀਮੀ ਨਹੀਂ ਹੈਗੀ ਪੰਜਾਬ ਪੁਲਿਸ 'ਚ। ਚਲੋ, ਇੱਕ ਵੱਖਰੀ ਗੱਲ ਹੈ। ਪਰ ਜਦੋਂ ਬੰਨੇ ਦੂਸਰੀ ਗੱਲ ਆਪਾਂ ਕਰਦੇ ਹਾਂ ਕਿ ਭਲਵਾਨਾਂ ਤੋਂ ਤਾਂ ਲੋਕ ਡਰਦੇ, ਕਿਉਂਕਿ ਡੀਲ ਡੋਲ ਇੱਦਾਂ ਦੀ ਹੋ ਜਾਂਦੀ ਹੈ, ਅਤੇ ਤੁਸੀਂ ਦੂਸਰੇ ਬੰਨੇ ਕਹਿੰਦੇ ਕਿ ਜਿਹੜੀ ਨਿਮਰਤਾ ਉਹ ਸਾਨੂੰ ਸਿੱਖੀ ਉੱਥੋਂ ਆ। ਚਲੋ, ਇਹ ਵੀ ਚੰਗੀ ਗੱਲ ਆ। ਅੱਛਾ, ਮੈਂ ਜਦੋਂ ਗੱਲ ਕਰ ਰਿਹਾ ਸੀ ਤਾਂ ਉੱਥੋਂ ਕਹਿੰਦੇ ਕਿ ਕਈਆਂ ਦੀ ਕੋਚ ਸਾਹਿਬ ਨੇ ਡਾਈਟ ਆਪ ਲਾਈ ਆ, ਐਸਪੀ ਸਾਹਿਬ ਨੇ ਡਾਈਟ ਆਪ ਲਾਈ ਹੋਈ ਆ। ਉਹ ਕੀ ਮਤਲਬ ਹੈ ਕਿ ਤੁਸੀਂ ਆਪ ਡਾਈਟ ਲਾਈ ਹੋਈ ਹੈ? ਇਹ ਡਾਈਟ ਦਾ ਕਿਵੇਂ ਪ੍ਰਬੰਧ ਕਰਦੇ ਹੋ? ਜਿਹੜੀ ਹੁਣ ਜਿਹੜੀ ਸਾਡਾ ਹੁਣ ਜਿਸ ਲੈਵਲ 'ਤੇ ਅਕੈਡਮੀ ਦਾ ਹੈਗਾ, ਇਹ ਸੈਂਟਰਲ ਗੌਰਮੈਂਟ ਦੇ ਵਿੱਚ ਖੇਲੋ ਇੰਡੀਆ ਸਾਈ ਦਾ, ਸਪੋਰਟਸ ਅਥਾਰਟੀ ਆਫ ਇੰਡੀਆ ਦਾ ਖੇਲੋ ਇੰਡੀਆ ਇੱਕ ਪ੍ਰੋਜੈਕਟ ਆ। ਉਹਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਾਈਵੇਟ ਰੈਸਲਿੰਗ ਦੇ ਵਿੱਚ ਪ੍ਰਾਈਵੇਟ ਅਕੈਡਮੀ ਜਿਹੜੀ ਉਹ ਇੱਕੋ ਇੱਕ ਆ ਪੂਰੇ ਇੰਡੀਆ ਦੇ ਵਿੱਚ, ਜਿਹੜੀ ਖੇਲੋ ਇੰਡੀਆ ਦੇ ਬੱਚੇ ਸਾਨੂੰ ਗੌਰਮੈਂਟ ਨੇ, ਸੈਂਟਰਲ ਗੌਰਮੈਂਟ ਨੇ ਦਿੱਤੇ ਆ। ਅਤੇ ਸਾਡੇ ਕੋਲ ਮੈਸ ਆ, ਹੋਸਟਲ ਆ, ਏਅਰ ਕੰਡੀਸ਼ਨ ਹੋਸਟਲ ਆ, ਸਾਡੀਆਂ ਸਾਰੀਆਂ ਫੈਸਿਲਿਟੀਆਂ ਦੇਖਦਿਆਂ ਹੋਇਆ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ। ਮੇਰਾ ਨਾਮ ਜਸ਼ਨਵੀਰ ਕੌਰ ਹੈ। ਮੈਂ ਖੇਲੋ ਇੰਡੀਆ ਅਕੈਡਮੀ ਵਾਲਾ ਅਡਾਪਟ ਹਾਂ। ਜਗਜੀਤ ਰੈਸਲਿੰਗ ਅਕੈਡਮੀ 'ਚ ਮੇਰਾ ਜੂਨੀਅਰ ਨੈਸ਼ਨਲ 'ਚ ਸਿਲਵਰ ਮੈਡਲ ਹੈ ਅਤੇ ਖੇਲੋ ਇੰਡੀਆ 'ਚ ਬ੍ਰੌਂਜ਼ ਮੈਡਲ। ਜਿਹੜੀ ਤੁਸੀਂ ਉਹ ਫ੍ਰੀ ਡਾਈਟ ਦੀ ਗੱਲ ਕਰਦੇ ਹੋ, ਸਾਡੀ ਸ਼ੁਰੂ ਤੋਂ ਇਹ ਸੋਚ ਸੀਗੀ ਵੀ ਜਿਹੜੇ ਸਾਡੇ
ਟੈਲੈਂਟਡ ਬੱਚੇ ਆ ਪੰਜਾਬ ਦੇ ਵਿੱਚ ਜਿਹੜੇ ਅਫੋਰਡ ਨਹੀਂ ਕਰ ਸਕਦੇ ਡਾਈਟ, ਪਰਿਵਾਰ 'ਚ ਗਰੀਬੀ ਆ, ਉਹਨਾਂ ਨੂੰ ਅਸੀਂ ਪਿਕ ਕਰਕੇ ਉਹਨਾਂ ਨੂੰ ਆਪਣੇ ਵੱਲੋਂ ਸਾਰੀ ਡਾਈਟ ਦਿੰਦੇ ਹਾਂ ਅਸੀਂ, ਅਤੇ ਉਹਨਾਂ ਦਾ ਸਾਰਾ ਖਰਚਾ ਜਿਹੜਾ ਅਸੀਂ ਆਪਣੀ ਟੀਮ ਵੱਲੋਂ ਜਾਣੀ ਜਗਜੀਤ ਰੈਸਲਿੰਗ ਅਕੈਡਮੀ ਜਿਹੜੀ ਕਰਦੀ ਆ ਉਹ ਸਾਡੇ ਵੱਲੋਂ ਹੁੰਦਾ। ਮੇਰੇ ਨਾਲ ਹਰਪ੍ਰੀਤ ਕੌਰ ਹੈ ਜਿਨ੍ਹਾਂ ਨੇ ਨੈਸ਼ਨਲ ਖੇਡਿਆ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਰਪ੍ਰੀਤ, ਕਿਹੜਾ ਹਾਲੇ ਤੱਕ ਜਿਹੜਾ ਮੈਚ ਜਿਹੜਾ ਨੈਸ਼ਨਲ ਤੋਂ ਇਲਾਵਾ ਤੁਸੀਂ ਖੇਡ ਚੁੱਕੇ ਹੋ? ਕੈਡਟ, ਅੰਡਰ 15 ਤੇ ਜੂਨ ਤੇ ਮੈਡਲ ਕਿਹਦੇ ਚੋਂ ਆਇਆ? ਸਕੂਲ ਨੈਸ਼ਨਲ ਕਿਹੜਾ ਮੈਡਲ ਸੀਗਾ? ਬ੍ਰਾਊਨਸ। ਅੱਛਾ, ਮੈਂ ਸੁਣਿਆ ਕਿ ਤੁਸੀਂ ਬਹੁਤ ਡੈਡੀਕੇਟਿਡ ਹੋ, ਮਿਹਨਤ ਨੂੰ ਲੈ ਕੇ ਤੁਸੀਂ ਟਾਈਮ ਤੋਂ ਪਹਿਲਾਂ ਆਉਂਦੇ ਹੋ, ਔਰ ਇੱਥੇ ਹੋਸਟਲ ਰਹੋ? ਨਹੀਂ, ਘਰੋਂ ਆਉਂਦੇ ਆ, ਲੋਕਲ ਹੀ ਆ। ਤੇ ਤਿਆਰੀ ਕਿਵੇਂ ਚੱਲਦੀ ਹੈ ਤੇ ਡਾਈਟ ਡੂਟ ਕਿਵੇਂ ਹੁੰਦੀ ਹੈ? ਡਾਈਟ ਉੱਪਰ ਲੱਗੀ ਐ, ਐਸਪੀ ਸਰ ਨੇ ਲਗਾਈ ਹੋਈ ਆ, ਤੇ ਉੱਥੇ ਤੇ ਫਿਰ ਘਰੇ ਵੀ ਮਾੜੀ ਮੋਟੀ ਖਾ ਲਈ। ਸੁਪਨਾ ਕੀ ਹੈ? ਓਲੰਪੀਅਨ 'ਚ ਮੈਡਲ ਲੈਣਾ। ਸ਼ੁਰੂ ਦੇ ਵਿੱਚ ਜਦੋਂ ਅਸੀਂ ਇਹਨੂੰ ਇਸ ਲੈਵਲ ਤੱਕ ਲੈ ਕੇ ਆਏ ਹਾਂ, ਮੈਂ ਸਰਕਾਰੀ ਸਕੂਲਾਂ 'ਚ ਜਾ ਕੇ ਮੈਂ ਅਕਸਰ ਯੂਨੀਫਾਰਮ 'ਚ ਜਾਂਦਾ ਹੁੰਦਾ ਸੀ। ਬੱਚੇ ਇਸ ਯੂਨੀਫਾਰਮ ਨੂੰ ਦੇਖ ਕੇ ਇਹ ਸੋਚਣ ਵੀ ਅਸੀਂ ਵੀ ਇਹ ਯੂਨੀਫਾਰਮ ਪਾ ਸਕਦੇ ਹਾਂ। ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਮੈਂ ਲੈਕਚਰ ਕਰਦਾ ਰਿਹਾ, ਦੱਸਦਾ ਰਿਹਾ ਵੀ ਬੱਚਿਓ ਤੁਸੀਂ ਜਿਹੜੀ ਇਹ ਯੂਨੀਫਾਰਮ ਆ ਇਹ ਮਿਹਨਤ ਨਾਲ ਮਿਲਦੀ ਆ, ਹੈ ਨਾ। ਤੁਸੀਂ ਕਿਸੇ ਵੀ ਮੁਕਾਮ 'ਤੇ ਪਹੁੰਚ ਸਕਦੇ ਹੋ, ਬੇਸਿਕ ਜਿਹੜੀਆਂ ਚੀਜ਼ਾਂ ਤੁਹਾਨੂੰ ਆਹ ਕਰਨੀਆਂ ਪੈਣੀਆਂ। ਫਿਰ ਉਹਨਾਂ ਨੂੰ ਅਕੈਡਮੀ ਦਾ ਵਿਜ਼ਿਟ ਕਰਵਾਉਂਦੇ ਸੀਗੇ, ਬੱਸ ਲੈ ਕੇ ਇੱਕ ਉਹਨਾਂ ਨੂੰ ਸਾਰੇ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਉਹਨਾਂ ਨੂੰ ਲਿਆ ਕੇ ਫਿਰ ਅਕੈਡਮੀ ਦਾ ਵਿਜ਼ਿਟ ਕਰਵਾਉਂਦੇ ਸੀ, ਫਿਰ ਉਹਨਾਂ ਨੂੰ ਦਿਖਾਉਂਦੇ ਸੀ। ਫਿਰ ਉਹਨਾਂ ਦੇ ਸਕੂਲਾਂ ਦੇ ਵਿੱਚੋਂ ਬੱਚੇ ਸਾਨੂੰ ਬੜੇ ਮਿਲੇ ਜਿਹੜੇ ਉਹਨਾਂ ਨੂੰ ਫਿਰ ਅਸੀਂ ਇਹ ਬੜਾ ਵਧੀਆ ਅਸੀਂ ਸਿਸਟਮ ਰੱਖਿਆ ਹੋਇਆ, ਜਿਹੜਾ ਬਿਲਕੁਲ ਨਿਊ ਕਮਰ ਬੱਚਾ ਆਉਂਦਾ ਉਹਨੂੰ ਅਸੀਂ ਦੰਗਲ ਟੀਮ 'ਚ ਲੈਂਦੇ ਹਾਂ, ਉਹਨਾਂ ਦੇ ਨਾਂ ਰੱਖੇ ਹੋਏ ਟੀਮ ਦੇ। ਦੰਗਲ ਟੀਮ 'ਚ ਜਦੋਂ ਬੱਚਾ ਆਉਂਦਾ ਉਹਨੂੰ ਅਸੀਂ ਬੇਸਿਕ ਦੱਸਦੇ ਹਾਂ, ਹੈ ਨਾ। ਉਹਦੀ ਸਟਰੈਚਿੰਗ ਵਗੈਰਾ, ਬਾਡੀ ਨੂੰ ਕੰਟਰੋਲ ਕਿੱਦਾਂ ਕਰਨਾ, ਅਤੇ ਫਿਟਨੈਸ, ਫਿਜ਼ੀਕਲ ਫਿਟਨੈਸ ਵਗੈਰਾ। ਫਿਰ ਉਸ ਤੋਂ ਬਾਅਦ ਨੈਕਸਟ ਟੀਮ ਦੇ ਵਿੱਚ ਚੱਲ ਜਾਂਦਾ, ਸਾਡੀ ਸੁਲਤਾਨ ਟੀਮ ਹੈ, ਉਹਦੇ ਵਿੱਚ ਥੋੜ੍ਹੀ ਟੈਕਨੀਕ ਰੈਸਲਿੰਗ ਦੀਆਂ ਆ ਜਾਂਦੀਆਂ। ਫਿਰ ਉਸ ਤੋਂ ਬਾਅਦ ਇੱਦਾਂ ਸਟੈਪ ਬਾਈ ਸਟੈਪ ਸਾਡੀਆਂ 5 ਟੀਮਸ ਆ, ਅਲੱਗ-ਅਲੱਗ ਉਹਨਾਂ ਨੂੰ ਕੋਚ ਲੱਗੇ ਆ। ਹੁਣ ਸਾਈ ਵੱਲੋਂ ਸਾਨੂੰ 2 ਕੋਚ ਮਿਲੇ, ਸਾਡੇ ਟੋਟਲ 5-6 ਕੋਚ ਆ। ਇਹ ਅਲੱਗ-ਅਲੱਗ ਟੀਮਸ ਜਿਹੜੀਆਂ ਬਣਾਈਆਂ, ਅਤੇ ਲੜਕੀਆਂ ਦੀ ਟੀਮ ਵਾਸਤੇ ਸਾਡੇ ਕੋਲ ਅਲੱਗ ਕੋਚ ਆ। ਇਸ ਤਰ੍ਹਾਂ ਅਸੀਂ ਇਹ ਕਰਨ ਡਏ ਹਾਂ, ਬਹੁਤ ਵਧੀਆ ਸਕਸੈਸ ਚੱਲਣ ਡਈ ਸਾਡੀ ਇਹ ਟੀਮ। ਜੀ ਵਾਕਈ ਬਹੁਤ ਵਧੀਆ ਚੱਲ ਰਿਹਾ, ਅਸੀਂ ਵੀ ਦੇਖ ਕੇ ਆਏ ਹਾਂ। ਅੱਛਾ, ਜਗਜੀਤ ਸਿੰਘ ਹੁਣਾਂ ਦਾ ਸੁਪਨਾ ਕੀ ਆ? ਕਿਉਂਕਿ ਇੱਕ ਤਾਂ ਚਲੋ ਸੁਪਨਾ ਤੁਹਾਡਾ ਸ਼ਾਇਦ ਪੂਰਾ ਹੋ ਗਿਆ ਹੋਣਾ ਕਿ ਤੁਸੀਂ ਆਪ ਨੈਸ਼ਨਲ ਖੇਡੇ ਹੋ, ਕੋਈ ਮੁਲਕ ਇੱਦਾਂ ਦਾ ਨਹੀਂ ਜਿਹੜਾ ਤੁਸੀਂ ਛੱਡਿਆ। ਔਰ ਹੁਣ ਸੁਪਨਾ ਕੀ ਬਣ ਗਿਆ? ਕਿਉਂਕਿ ਜਦੋਂ ਤੁਸੀਂ ਨਵੇਂ ਮੁਕਾਮ ਹਾਸਲ ਕਰ ਲੈਂਦੇ ਹੋ ਤਾਂ ਫਿਰ ਨਵੇਂ ਸੁਪਨੇ ਵੀ ਜਿਹੜੇ ਨੇ ਉਹ ਹੋ ਜਾਂਦੇ ਨੇ। ਹੁਣ ਕੀ ਸੁਪਨਾ ਹੈ? ਮੇਰਾ ਮੇਨ ਸੁਪਨਾ ਇਹ ਆ ਵੀ ਸਾਡੇ ਬੱਚੇ ਜਿਹੜੇ ਮੈਨੂੰ ਹੱਸਦੇ ਬੜੇ ਚੰਗੇ ਲੱਗਦੇ ਆ, ਵੀ ਹੱਸਣ ਬੱਚੇ ਸਾਡੇ। ਜਦੋਂ ਅਕੈਡਮੀ 'ਚ ਇੱਕ ਵਾਰੀ ਐਡਮਿਸ਼ਨ ਕਰਵਾ ਕੇ ਜਾਂਦੇ ਨਾ ਪੇਰੈਂਟਸ, ਉਹ 15 ਦਿਨਾਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਮਿਲੀਦਾ ਅਤੇ ਉਹ ਬੜੇ ਖੁਸ਼ ਹੁੰਦੇ ਵੀ ਇੰਨੀ ਚੇਂਜ ਸਾਡੇ ਬੱਚੇ 'ਚ ਆਈ ਆ। ਜਿਹੜਾ ਬੱਚਾ ਸੁੱਤਾ ਨਹੀਂ ਸੀ ਉੱਠਦਾ ਹੁੰਦਾ, ਹੁਣ ਉਹ 4 ਵਜੇ ਸਾਨੂੰ ਉਠਾ ਦਿੰਦਾ, ਅਰਲੀ ਮੋਰਨਿੰਗ। ਸਵੇਰੇ ਸੈਸ਼ਨ ਸਾਡਾ ਪਹਿਲਾ ਜਿਹੜਾ 6 ਵਜੇ ਹੁੰਦਾ, 6 ਵਜੇ ਕਲਾਸ ਸ਼ੁਰੂ ਹੁੰਦੀ ਆ, ਅਤੇ ਬੱਚੇ 4:30 ਵਜੇ ਸਾਨੂੰ ਉਠਾ ਦਿੰਦੇ ਆ। ਪੇਰੈਂਟਸ ਇਹ ਗੱਲ ਦੱਸਦੇ ਆ, ਅਤੇ ਡਿਸਿਪਲਨ ਪੱਖੋਂ ਇਹਦੇ 'ਚ ਬੜੀ ਚੇਂਜ ਆਈ ਆ, ਖਾਣ 'ਚ ਚੇਂਜ ਆਈ ਆ। ਇਹ ਹੁਣ ਸਾਨੂੰ ਦੱਸਦਾ ਵੀ ਆਹ ਚੀਜ਼ ਨਹੀਂ ਖਾਣੀ, ਇਹ ਘਰ 'ਚ ਨਹੀਂ ਬਣਾਉਣੀ, ਅਤੇ ਆਹ ਚੀਜ਼ ਖਾਣ ਵਾਲੀ ਆ, ਆਹ ਚੀਜ਼ ਚੰਗੀ ਆ। ਮੇਰਾ ਸੁਪਨਾ ਇਹੀ ਆ ਵੀ ਸਾਡੀ ਜਿਹੜੀ ਜਨਰੇਸ਼ਨ ਆ ਉਹ ਤੰਦਰੁਸਤ ਹੋਵੇ। ਜਿਹੜੀਆਂ ਮਾੜੀਆਂ ਚੀਜ਼ਾਂ ਆ ਗਈਆਂ, ਸਿੰਥੈਟਿਕ ਚੀਜ਼ਾਂ ਆ ਗਈਆਂ, ਹੈ ਨਾ, ਉਹ ਸਾਨੂੰ ਇਹ ਸਾਡੇ ਨੌਜਵਾਨਾਂ ਨੂੰ ਇਹ ਚਿੰਬੜ ਨਾ ਆਏ, ਇਹਨਾਂ ਤੋਂ ਅਸੀਂ ਦੂਰ ਰੱਖੀਏ। ਇਹਨਾਂ ਨੂੰ ਪਤਾ ਹੋਵੇ ਵੀ ਸਟੀਰਾਇਡ ਕੀ ਆ, ਇਹਦੇ ਸਾਈਡ ਇਫੈਕਟ ਕੀ ਆ। ਬਹੁਤ ਸਾਰੀਆਂ ਗੇਮਸ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਇਹ, ਇਹਨਾਂ ਤੋਂ ਬਚਾਉਣਾ। ਅਤੇ ਮੇਨ ਸੁਪਨਾ ਸਾਡਾ ਜਿਹੜਾ ਆ ਉਹ ਓਲੰਪਿਕ ਦੇ ਵਿੱਚੋਂ ਅਸੀਂ ਗੋਲਡ ਲੈ ਕੇ ਆਈਏ। ਕਿਸੇ ਨੇ ਕੁਆਲੀਫਾਈ ਕੀਤਾ ਹੈ ਇਸ ਆਪਣੀ ਅਕੈਡਮੀ ਦੇ ਵਿੱਚੋਂ ਓਲੰਪਿਕਸ ਦੇ ਲਈ ਜਾਂ ਪ੍ਰੀ ਓਲੰਪਿਕਸ ਦੇ ਲਈ? ਕੁਛ ਇੱਦਾਂ ਦਾ ਹੋਇਆ ਕਦੀ? ਨਹੀਂ, ਓਲੰਪਿਕ ਵਾਸਤੇ ਹਜੇ ਇਸ ਅਕੈਡਮੀ ਦੇ ਕਿਸੇ ਬੱਚੇ ਨੇ ਕੁਆਲੀਫਾਈ ਨਹੀਂ ਕੀਤਾ। ਸਾਨੂੰ ਆਸ ਆ ਵੀ ਅੱਗੇ ਹੋਊਗਾ ਇੰਟਰਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ ਮੈਡਲ ਵੀ ਆ ਗਏ ਸਾਡੇ ਬੱਚਿਆਂ ਦੇ, ਪਰ ਓਲੰਪਿਕ ਨਹੀਂ ਹਜੇ ਕੀਤਾ ਇਹਨਾਂ ਨੇ। ਅੱਛਾ, ਮੇਰਾ ਇੱਕ ਕੁਐਸਚਨ, ਤੁਸੀਂ ਜਦੋਂ ਕਿਹਾ ਕਿ ਸਿੰਥੈਟਿਕਸ ਬਹੁਤ ਹੈ, ਸਿੰਥੈਟਿਕ ਜੇ ਇਕੱਲਾ ਸਟੀਰੋਇਡ ਨਹੀਂ ਹੈਗਾ, ਸਿੰਥੈਟਿਕ ਡਰੱਗ ਵੀ ਬਹੁਤ ਹੈ, ਜਿਹਦੇ ਵਿੱਚ ਪਿੱਛੇ ਜੇ ਕਈ ਮੰਤਰੀ ਫੜੇ ਗਏ, ਉਹਨਾਂ ਦਾ ਮੁੰਡੇ ਜਿਹੜੇ ਸੀਗੇ ਉਹ ਕਰਦੇ ਫੜੇ ਗਏ। ਜਦੋਂ ਆਪਾਂ ਗੱਲਾਂ ਕਰਦੇ ਹਾਂ
ਤੇ ਬਹੁਤ ਸਾਡੀਆਂ ਐਗਜ਼ਾਮਪਲਾਂ ਨੇ, ਮਾਲਵੇ ਵਾਲਾ ਖੇਤਰ ਹੈ, ਤਰਨਤਾਰਨ ਵਾਲਾ ਖੇਤਰ ਹੈ, ਜਿੱਥੇ ਇੱਦਾਂ ਹੁੰਦਾ ਕਿ ਬਿੱਗ ਬੈਨ ਨਹੀਂ ਫੜੇ ਜਾਂਦੇ, ਸ਼ਰਾਬ ਵਿਕੀ, ਕਈ ਲੋਕ ਮਰ ਗਏ, ਕਈਆਂ ਦੇ ਘਰ ਉਜੜ ਗਏ, ਪਰ ਉਹ ਫਿਰ ਜਿਹੜੇ ਛੋਟੇ ਹੁੰਦੇ ਆ ਨਾ ਉਹਨਾਂ ਨੂੰ ਅਸੀਂ ਅੜਿੱਕਾ ਲਾ ਲੈਂਦੇ ਹਾਂ। ਤੁਹਾਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਇੱਕ ਸਾਡੇ ਸਟੇਟ ਦੀ, ਪੰਜਾਬ ਦੀ ਮੰਦਭਾਗੀ ਘਟਨਾ ਹੈ? ਦੇਖੋ, ਮੇਰੀ ਸੋਚ ਇਹ ਆ ਵੀ ਸਾਡੇ ਬੱਚਿਆਂ ਨੂੰ ਹਰੇਕ ਚੀਜ਼ ਦਾ ਪਤਾ ਹੋਵੇ, ਹਨਾ। USA ਨੂੰ ਲਾ ਲਓ, ਜਿਹੜੇ ਡਿਵੈਲਪ ਮੁਲਕ ਆ ਉਹਨਾਂ ਨੂੰ ਲਾ ਲਈਏ ਆਪਾਂ, ਉਹਨਾਂ 'ਚ ਵੀ ਹੈਗੀਆਂ ਇਹ ਚੀਜ਼ਾਂ, ਪਰ ਸਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਅਸੀਂ ਜੇ ਉਹਨਾਂ ਮੂਹਰੇ 10 ਚੀਜ਼ ਪਈਆਂ, ਵਿੱਚ ਉਹਦੇ ਡਰੱਗ ਵੀ ਪਈ ਆ, ਸਿੰਥੈਟਿਕ ਚੀਜ਼ ਵੀ ਪਈ ਆ, ਫਰੂਟ ਵੀ ਪਿਆ, ਬਦਾਮ ਵੀ ਪਏ ਆ, ਕੋਈ ਵਧੀਆ ਡਾਈਟ ਪਈ ਆ, ਉਹਨਾਂ ਨੇ ਕੀ ਪਿਕ ਕਰਨਾ? ਉਹਨਾਂ ਨੂੰ ਇੰਨਾ ਐਜੂਕੇਟ ਕਰੀਏ ਵੀ ਉਹਨਾਂ ਦੀ ਸਿਲੈਕਸ਼ਨ ਜਿਹੜੀ ਆ ਉਹ ਠੀਕ ਹੋਵੇ, ਵੀ ਅਸੀਂ ਕਿਸ ਰਾਹ 'ਤੇ ਜਾਣਾ ਅਤੇ ਅਸੀਂ ਕਿਹੜੀ ਚੀਜ਼ ਖਾਣੀ ਆ, ਅਤੇ ਡਿਸਿਪਲਨ ਕਿੱਦਾਂ ਆ, ਮਿਹਨਤ ਕਿੱਦਾਂ ਆ, ਹਾਰਡ ਵਰਕ ਕੀ ਆ, ਸ਼ਾਰਟਕੱਟ ਨਹੀਂ ਅਪਣਾਉਣਾ। ਵੀ ਇਹ ਚੀਜ਼ ਜਦੋਂ ਸਾਡੇ ਬੱਚਿਆਂ 'ਚ ਆ ਜਾਵੇ, ਬੱਚੇ ਸਾਡੇ ਕੁਛ ਵੀ ਨਹੀਂ ਕਰ ਸਕਦੇ। ਦੇਖੋ, ਦੁਕਾਨਦਾਰ ਨੇ ਆਪਣੀ ਦੁਕਾਨ ਸਜਾਉਣ ਵਾਸਤੇ ਉਹਨਾਂ ਨੇ ਬੜੀਆਂ ਚੀਜ਼ਾਂ ਰੱਖੀਆਂ ਹੁੰਦੀਆਂ, ਹੈ ਨਾ। ਹੁਣ ਅਸੀਂ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਅਸੀਂ ਉਹ ਪਿਕ ਕਰ ਲੈਂਦੇ ਹਾਂ, ਹੈ ਨਾ। ਉੱਦਾਂ ਹੀ ਸਾਨੂੰ ਇਹ ਪਤਾ ਹੋਵੇ, ਸਾਡੇ ਬੱਚਿਆਂ ਨੂੰ ਇਹ ਪਤਾ ਹੋਵੇ ਵੀ ਅਸੀਂ ਕਿਹੜੀ ਚੀਜ਼ ਪਿਕ ਕਰਨੀ ਆ, ਕਿਹੜੀ ਸਾਡੀ ਫਾਇਦੇ ਦੀ ਆ, ਕਿਹੜੀ ਨੁਕਸਾਨ ਦੀ ਆ। ਹੁਣ ਇੱਦਾਂ ਨਹੀਂ ਹੈਗਾ ਵੀ ਇਹ ਖ਼ਤਮ ਨਹੀਂ ਕੁਛ ਵੀ ਕਰ ਸਕਦੇ, ਵੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਾ ਹੋਵੇ, ਵੀ ਇਹ ਅੱਖਾਂ ਹੀ ਮੀਟ ਲੈਣ ਬੱਚੇ ਵੀ ਇਹ ਚੀਜ਼ਾਂ ਅਸੀਂ ਬਿਲਕੁਲ ਖ਼ਤਮ, ਇੱਦਾਂ ਨਹੀਂ ਹੋ ਸਕਦਾ। ਪਰ ਅਸੀਂ ਬੱਚਿਆਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚੇ ਸਾਡੇ ਉੱਧਰ ਨੂੰ ਜਾਣ ਹੀ ਨਾ, ਉਸ ਹਾਲਾਤਾਂ ਦੇ ਵਿੱਚ ਜਾਂ ਉਹ ਸੁਸਾਇਟੀ 'ਚ ਨਾ ਜਾਣ ਜਿਹੜੀ ਇਹ ਮਾੜੀ ਸੁਸਾਇਟੀ ਆ। ਜਗਜੀਤ ਜੀ, ਵੈਸੇ ਮੇਰਾ ਸਵਾਲ ਕੁਝ ਹੋਰ ਸੀਗਾ, ਸ਼ਾਇਦ ਚਲੋ ਆਪਾਂ ਉਸ ਵੱਲ ਨਹੀਂ ਵੱਧਦੇ ਹੈਗੇ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਇਸ ਉਪਰਾਲੇ ਦੀ ਤੁਸੀਂ ਜੋ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ, ਔਰ ਉਮੀਦ ਕਰਦੇ ਹਾਂ ਕਿ ਇਹ ਉਪਰਾਲਾ ਓਲੰਪਿਕਸ ਤੱਕ ਵੀ ਸਾਨੂੰ ਲੈ ਕੇ ਜਾਊਗਾ। ਬਿਲਕੁਲ ਜੀ, ਜੇ ਸੋਚ ਸੱਚੀ ਆ, ਫਿਰ ਮੈਂ ਦੁਬਾਰਾ ਕਹਿੰਦਾ, ਮੈਂ 2-3 ਵਾਰੀ ਇਹ ਗੱਲ ਕੀਤੀ ਆ, ਅਤੇ ਮਿਹਨਤ ਆ, ਹਾਰਡ ਵਰਕ ਆ, ਅਤੇ ਉਹ ਦਿਨ ਦੂਰ ਨਹੀਂ ਆ, ਸਾਡੇ ਬੱਚੇ ਸਕਸੈਸ ਹੋਣ ਡੇ ਆ, ਅਤੇ ਅੱਗੇ ਵੀ ਜਾ ਕੇ ਓਲੰਪਿਕ 'ਚੋਂ ਮੈਡਲ ਲੈ ਕੇ ਆਉਂਗੇ ਅਸੀਂ। ਜਿਹੜੀ ਤੁਸੀਂ ਡਰੱਗ ਦੀ ਗੱਲ ਕੀਤੀ ਸੀ, ਇਹ ਨੋ ਡਾਊਟ ਹੈ ਆ, ਪਰ ਇਹਦੇ 'ਤੇ ਕੰਟਰੋਲ ਵੀ ਆ। ਹੁਣ ਕੰਟਰੋਲ ਤੁਸੀਂ ਇਹ ਦੇਖ ਲਓ ਵੀ ਇਕੱਲੀ ਸਟੇਟ 'ਚ ਨਹੀਂ ਆ, ਹਰੇਕ ਮੁਲਕ ਦੇ ਵਿੱਚ ਆ, ਹੈ ਨਾ। USA ਦੇ ਵਿੱਚ ਜਿਹੜਾ ਮੇਨ ਓਲੰਪਿਕ ਸੈਂਟਰ ਆ USA ਦਾ, ਕੋਲੋਰਾਡੋ ਸਪਰਿੰਗ, ਉਹਦੇ ਵਿੱਚ ਵੀ ਮੈਂ ਰਹਿ ਕੇ ਆਇਆ। ਪੂਰੇ USA ਵੀ ਨੂੰ ਘੁੰਮਿਆ, ਕੈਨੇਡਾ ਨੂੰ ਘੁੰਮਿਆ, ਰਸ਼ੀਆ ਨੂੰ ਘੁੰਮਿਆ, ਚਾਈਨਾ, ਜਾਪਾਨ, ਕਿਹੜੇ ਮੁਲਕ 'ਚ ਡਰੱਗ ਹੈ ਨਹੀਂ ਗੀ, ਸਾਰਿਆਂ ਮੁਲਕਾਂ 'ਚ ਆ। ਪਰ ਅਸੀਂ ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਆ ਵੀ ਇਹ ਚੀਜ਼ ਅਸੀਂ ਨਹੀਂ ਲੈਣੀ, ਇਹ ਮਾੜੀ ਆ। ਨਹੀਂ, ਚਲੋ ਉਹ ਗੱਲ ਤੇ ਠੀਕ ਹੈ, ਕਿਉਂਕਿ ਉੱਥੇ ਮੈਕਸੀਕੋ ਵੱਲੋਂ ਜਾਂ ਕੋਈ ਹੋਰ ਇੱਦਾਂ ਦੀਆਂ ਕੰਟਰੀਜ਼ ਜਿਹੜੀਆਂ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅੰਡਰ ਫੇਸ ਕੰਟਰੀਜ਼ ਨੇ, ਉਹਨਾਂ ਦੇ ਵੱਲੋਂ ਬਹੁਤ ਡਰੱਗ ਸਪਲਾਈ ਹੁੰਦਾ ਹੈ। ਔਰ ਉਹ ਕੰਟਰੀ ਇੱਦਾਂ ਦੀ ਹੈ ਕਿ ਜਿੱਥੇ ਸਭ ਨੂੰ ਸਭ ਕੁਝ ਪਤਾ ਹੈ ਕਿ ਉੱਥੇ ਚੱਲ ਵੀ ਹੈ, ਲੀਗਲ ਵੀ ਹੈ ਕੁਝ ਚੀਜ਼ਾਂ। ਪਰ ਚਲੋ ਸਾਡੇ ਮੁਲਕ ਦੀ ਜਦੋਂ ਅਸੀਂ ਗੱਲ ਕਰਦੇ, ਇਹਦੀ ਤਰਾਸਦੀ ਇਹ ਹੈ ਕਿ ਅਸੀਂ ਜਾਂ ਤਾਂ ਖੁੱਲ੍ਹ ਕੇ ਬੋਲਦੇ ਨਹੀਂ ਹੈਗੇ, ਜਾਂ ਫਿਰ ਸਾਡਾ ਐਡਮਿਨਿਸਟ੍ਰੇਟਿਵ, ਕਿਉਂਕਿ ਤੁਹਾਡੇ ਕੋਲੀਗਸ ਜਿਹੜੇ ਫਿਰੋਜ਼ਪੁਰ ਤੋਂ, ਉਹਨਾਂ ਨੇ ਕਿਹਾ ਸੀ ਕਿ ਜੇ ਸਾਡੇ ਬੰਦੇ ਸੁਧਰ ਜਾਣ ਤੇ ਅਸੀਂ 1 ਮਹੀਨਾ ਕੀ ਅਸੀਂ 2 ਹਫ਼ਤਿਆਂ ਦੇ ਵਿੱਚ ਜਿਹੜਾ ਹੈ ਡਰੱਗ ਖਤਮ ਕਰ ਸਕਦੇ ਹਾਂ। ਚਲੋ ਇਹ ਇੱਕ ਵੱਖਰਾ ਮੁੱਦਾ ਹੈ, ਜਿਹਨੂੰ ਅਸੀਂ ਲੱਗਦਾ ਹੈ ਕਿ ਜਦੋਂ ਤੁਸੀਂ ਸ਼ਾਇਦ ਨਹੀਂ ਖੁੱਲ੍ਹ ਕੇ ਬੋਲਣਾ ਚਾਹੁੰਦੇ, ਪਰ ਇਹ ਵੀ ਹੈ ਕਿ ਚਲੋ ਤੁਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਦਿਓ, ਅਤੇ ਫਿਰ ਥੋੜ੍ਹਾ ਜਿਹਾ ਪੋਰਸ਼ਨ ਉਹਦੇ ਨਾਲ ਘੱਟ ਜਾਂਦਾ ਆ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਾਰੇ ਦੇਖ ਰਹੇ TV ਪੰਜਾਬ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਆਪਣੇ ਹਿੱਸੇ ਦਾ ਥੋੜ੍ਹਾ ਜਿਹਾ ਕੁਝ ਕਰ ਦਈਏ, ਤਾਂ ਫਿਰ ਸ਼ਾਇਦ ਉਹ ਚੰਗਾ ਹੁੰਦਾ ਹੈ। ਜਿਵੇਂ SP ਸਾਹਿਬ ਹੋਣਾ ਨੇ ਕਿਹਾ ਕਿ ਜੇ ਸੋਚ ਚੰਗੀ ਹੈ, ਅਸੀਂ ਆਪ ਸੱਚੇ ਹਾਂ, ਅਤੇ ਫਿਰ ਸਭ ਕੁਝ ਆਪਣੇ ਆਪ ਹੋ ਜਾਂਦਾ ਆ। ਮੈਂ ਇੱਦਾਂ ਹੀ ਤੁਹਾਡੇ ਨਾਲ ਖੇਲਦੇ ਆ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਸਪੋਰਟਸ ਜਿਹੜੇ ਆ ਉਹ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ TV ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ। ਖੇਡਦਾ ਪੰਜਾਬ ਵੈਲੀਓ।